वेलकम बैक टू चैनल वैन आई होप यू गाइस एब्सोल्युटली फाइन। ਅੱਜ ਅਸੀਂ ਚੈਪਟਰ ਕਰਾਂਗੇ ਐਡਮਿਨਿਸਟ੍ਰੇਸ਼ਨ ਲਾ ਦਾ ਮੀਨਿੰਗ ਤੇ ਡੈਫੀਨੇਸ਼ਨ। ਚੈਪਟਰ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਤੁਸੀਂ ਨੇ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਤੋਂ ਸਾਨੂੰ ਨਵੀਆਂ ਵੀਡੀਓ ਬਣਾਉਣ ਦੇ ਵਿੱਚ ਪ੍ਰੇਰਨਾ ਮਿਲੇਗੀ। ਸੋ ਫਰੈਂਡਸ ਆਪਾਂ ਹੁਣ ਚੈਪਟਰ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਐਡਮਿਨਿਸਟ੍ਰੇਸ਼ਨ ਲਾ ਦਾ ਮੀਨਿੰਗ ਦੇ ਵਿੱਚ ਆ ਜਾਊਗਾ ਐਡਮਿਨਿਸਟ੍ਰੇਸ਼ਨ ਲਾ ਇਜ਼ ਦਾ ਬੋਡੀ ਆਫ ਲਾ that governs the activity of the administrative agency of the government which comprise of legislative, executive and judication। ठीक है, ਇਸ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਲਾ ਹੈ ਜਿਹੜਾ, ਠੀਕ ਹੈ, ਉਹ ਸਰਕਾਰ ਦੀ ਇੱਕ ਬੋਡੀ ਹੁੰਦੀ ਹੈ। ਠੀਕ ਹੈ, ਵੀ ਜੋ ਐਡਮਿਨਿਸਟ੍ਰੇਸ਼ਨ ਜਿਹੜੀਆਂ ਏਜੰਸੀਆਂ ਨੇ, ਠੀਕ ਹੈ, ਉਹਨਾਂ ਵਾਸਤੇ ਸੇਧ ਦਾ ਕੰਮ ਕਰਦੀ ਹੈ, ਮਤਲਬ ਉਹਨਾਂ ਨੂੰ ਗਵਰਨ ਕਰਦਾ ਕਿ ਹੁਣ ਐਡਮਿਨਿਸਟ੍ਰੇਸ਼ਨ ਲਾ। ਠੀਕ ਹੈ, ਇਸ ਦੇ ਵਿੱਚ ਐਡਮਿਨਿਸਟ੍ਰੇਸ਼ਨ ਲਾ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਵਿੱਚ ਆ ਜਾਊਗਾ ਸਭ ਤੋਂ ਪਹਿਲਾਂ ਲੈਜਿਸਲੇਟਿਵ, ਐਗਜ਼ੀਕਿਊਟਿਵ ਐਂਡ ਜੁਡੀਕੇਸ਼ਨ। ਠੀਕ ਹੈ, ਇਹ ਤਿੰਨ ਏਜੰਸੀਆਂ ਨੇ ਜਿਹੜੀਆਂ ਕਿ ਨੇ ਸਰਕਾਰ ਦੀਆਂ ਏਜੰਸੀਆਂ ਨੇ। ਜਿਹੜੀ ਲੈਜਿਸਲੇਟਿਵ ਹੈ ਇਹ ਕਾਨੂੰਨ ਬਣਾਉਣ ਦਾ ਕੰਮ ਕਰਦੀ ਹੈ। ਜਿਹੜੀ ਐਗਜ਼ੀਕਿਊਟਿਵ ਹੈ ਇਹ ਕਾਨੂੰਨ ਨੂੰ ਲਾਗੂ ਕਰਨ ਦਾ ਕੰਮ ਕਰਦੀ ਹੈ। ਠੀਕ ਹੈ, ਐਡਜੂਡੀਕੇਸ਼ਨ ਹੈ ਜਿਹੜੀ ਜੁਡੀਸ਼ਰੀ, ਇਹ ਕਾਨੂੰਨ ਨੂੰ ਨਿਆਂਇਕ ਤੌਰ 'ਤੇ ਲੈ ਕੇ ਜਾਂਦੀ ਹੈ। ਹਾਂਜੀ, ਹੁਣ ਆਪਾਂ ਨੂੰ ਇਹ ਗੱਲ ਪਤਾ ਲੱਗ ਗਈ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਲਾ ਹੈਗਾ ਉਹ ਇੱਕ ਬੋਡੀ ਹੈ ਸਰਕਾਰ ਦੀ, ਜਿਹੜੀ ਸਰਕਾਰ ਦੀਆਂ ਏਜੰਸੀਆਂ ਨੂੰ ਗਵਰਨ ਕਰਦੀ ਹੈ। ਠੀਕ ਹੈ, ਇਸ ਤੋਂ ਬਾਅਦ ਆਪਾਂ ਕੁਝ ਇੰਪੋਰਟੈਂਟ ਪੁਆਇੰਟ ਨੇ, ਠੀਕ ਹੈ, ਜਿਨ੍ਹਾਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾ ਪੁਆਇੰਟ ਹੈ ਐਡਮਿਨਿਸਟ੍ਰੇਟਿਵ ਲਾ ਇਜ਼ ਦਾ ਬ੍ਰਾਂਚ ਆਫ ਏ ਪਬਲਿਕ ਲਾ। ਇਹ ਕਹਿੰਦੇ ਵੀ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਲਾ ਹੈ ਇਹ ਇੱਕ ਪਬਲਿਕ ਲਾ ਦੀ ਇੱਕ ਬ੍ਰਾਂਚ ਹੈ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਇਟ ਡੀਲਸ ਵਿਦ ਦਾ ਰਿਲੇਸ਼ਨਸ਼ਿਪ ਆਫ ਦਾ ਇੰਡੀਵਿਜੂਅਲ ਵਿਦ ਦਾ ਗੌਰਮੈਂਟ। ਜਿਹੜਾ ਐਡਮਿਨਿਸਟ੍ਰੇਸ਼ਨ ਲਾ ਹੈ, ਠੀਕ ਹੈ, ਉਹ ਕੀ ਹੈ, ਇੱਕ ਜਿਹੜਾ ਆਮ ਮਨੁੱਖ ਹੈ ਜਿਹੜਾ ਉਸਦਾ ਅਤੇ ਸਰਕਾਰ ਦੇ ਰਿਲੇਸ਼ਨਸ਼ਿਪ ਨੂੰ ਬਿਆਨ ਕਰਦਾ ਹੈ ਐਡਮਿਨਿਸਟ੍ਰੇਸ਼ਨ ਲਾ। ਠੀਕ ਹੈ, ਅਗਲਾ ਪੁਆਇੰਟ ਆ ਗਿਆ ਥਰਡ ਪੁਆਇੰਟ। ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਟ ਡਿਟਰਮਾਈਨਸ ਦਾ ਔਰਗਨਾਈਜੇਸ਼ਨ ਐਕਸ ਪਾਵਰ ਸਟਰਕਚਰ ਆਫ ਐਡਮਿਨਿਸਟ੍ਰੇਟਿਵ ਐਕਸ ਕੁਆਸੀ ਜੁਡੀਸ਼ੀਅਲ ਅਥਾਰਟੀਜ਼। ਠੀਕ ਹੈ, ਟੂ ਇਨਫੋਰਸ ਦਾ ਲਾ। ਠੀਕ, ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸੰਗਠਨ ਨੂੰ ਅਤੇ ਇਸ ਦੀਆਂ ਸ਼ਕਤੀਆਂ ਨੂੰ ਐਡਮਿਨਿਸਟ੍ਰੇਸ਼ਨ ਲਾ ਅਤੇ ਕੁਆਸੀ ਜੁਡੀਸ਼ੀਅਲ ਅਥਾਰਟੀ ਦੀਆਂ ਸ਼ਕਤੀਆਂ ਨੂੰ ਅਤੇ ਇਸ ਦੇ ਸੰਗਠਨ ਨੂੰ ਐਡਮਿਨਿਸਟ੍ਰੇਸ਼ਨ ਲਾ ਵੰਡ ਕੇ ਰੱਖਦਾ ਹੈ। ਇਸ ਦਾ ਸਿੱਟਾ ਇਹ ਨਿਕਲੂਗਾ ਕਿ ਇਨਫੋਰਸ ਆਫ ਲਾ, ਕਿ ਜਿਹੜਾ ਐਡਮਿਨਿਸਟ੍ਰੇਸ਼ਨ ਲਾ ਹੈ ਉਹ ਸ਼ਕਤੀਆਂ ਨੂੰ ਵੰਡ ਕੇ ਰੱਖਦਾ ਹੈ ਅਤੇ ਐਡਮਿਨਿਸਟ੍ਰੇਸ਼ਨ ਦੀਆਂ ਸ਼ਕਤੀਆਂ ਨੂੰ ਅਤੇ ਕੁਆਸੀ ਜੁਡੀਸ਼ੀਅਲ ਅਥਾਰਟੀ ਦੀਆਂ ਸ਼ਕਤੀਆਂ ਨੂੰ, ਇਸ ਕਰਕੇ ਕਿ ਇਨਫੋਰਸ ਹੋ ਸਕੇ। ਹਾਂਜੀ, ਹੁਣ ਆਪਾਂ ਐਡਮਿਨਿਸਟ੍ਰੇਸ਼ਨ ਲਾ ਦੀਆਂ ਡੈਫੀਨੇਸ਼ਨਾਂ ਬਾਰੇ ਪੜ੍ਹਦੇ ਹਾਂ। ਠੀਕ ਹੈ, ਸਭ ਤੋਂ ਪਹਿਲੀ ਡੈਫੀਨੇਸ਼ਨ ਹੈ ਅਕੋਰਡਿੰਗ ਟੂ ਇੰਡੀਅਨ ਕੌਨਸਟੀਟਿਊਸ਼ਨ ਆਫ ਲਾ। ਠੀਕ ਹੈ, ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਐਡਮਿਨਿਸਟ੍ਰੇਟਿਵ ਲਾ ਡੀਲਸ ਵਿਦ, ਕਿ ਜਿਹੜਾ ਪ੍ਰਸ਼ਾਸਨਿਕ ਕਾਨੂੰਨ ਹੈ ਇਹ ਇਹਨਾਂ ਚੀਜ਼ਾਂ ਦੇ ਨਾਲ ਸੰਬੰਧ ਰੱਖਦਾ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਆ ਗਿਆ ਪਾਵਰ ਐਂਡ ਫੰਕਸ਼ਨ ਆਫ ਦਾ ਐਡਮਿਨਿਸਟ੍ਰੇਟਿਵ ਅਥਾਰਟੀ, ਕਿ ਜਿਹੜੀਆਂ ਐਡਮਿਨਿਸਟ੍ਰੇਟਿਵ ਅਥਾਰਟੀਆਂ ਨੇ ਜਿਹੜੀਆਂ, ਠੀਕ ਹੈ, ਉਹਨਾਂ ਦੀਆਂ ਸ਼ਕਤੀਆਂ ਕੀ ਨੇ, ਉਹਨਾਂ ਦੇ ਕੰਮ ਕਿਹੋ ਜਿਹੇ ਹੋਣਗੇ। ਸੈਕਿੰਡ ਪੁਆਇੰਟ ਇਹ ਹੈ ਕਿ ਦਾ ਪ੍ਰੋਸੀਜਰ ਟੂ ਬੀ ਫੋਲੋਵਡ ਬਾਏ ਦੋਜ਼ ਅਥਾਰਟੀ ਇਨ ਐਕਸਰਸਾਈਜ਼ ਵਿੱਚ ਸੱਚ ਪਾਵਰ, ਕਿ ਜਿਹੜੀਆਂ ਐਡਮਿਨਿਸਟ੍ਰੇਟਿਵ ਅਥਾਰਟੀਆਂ ਨੇ ਜਿਹੜੀਆਂ, ਠੀਕ ਹੈ, ਉਹ ਕਿੰਨਾਂ ਗੱਲਾਂ ਨੂੰ ਮੱਦੇ ਨਜ਼ਰ ਰੱਖ ਕੇ ਆਪਦੀਆਂ ਸ਼ਕਤੀਆਂ ਦੀ ਵਰਤੋਂ ਕਰਨਗੀਆਂ। ਠੀਕ ਹੈ, ਇਹ ਦੂਸਰੇ ਪੁਆਇੰਟ ਦੇ ਵਿੱਚ ਇਹ ਗੱਲ ਕਹੀ ਗਈ ਹੈ। ਨੰਬਰ 3 ਦੇ ਉੱਤੇ ਆ ਗਿਆ
ਰੈਮਡੀਜ਼ ਅਵੇਲੇਬਲ ਟੂ ਦਾ ਐਗਰੀਵਡ ਪਰਸਨ ਵੈਨ ਦਾ ਅਥਾਰਟੀ ਅਬਿਊਜ਼ ਦਾ ਪਾਵਰ। ਇਸ ਦੇ ਵਿੱਚ ਕਿਹਾ ਗਿਆ ਕਿ ਜਿਹੜੀਆਂ ਅਥਾਰਟੀਆਂ ਨੇ ਜੇਕਰ ਉਹ ਆਪਦੀਆਂ ਸ਼ਕਤੀਆਂ ਦੀ ਸਹੀ ਵਰਤੋਂ ਨਹੀਂ ਕਰਦੀਆਂ ਤੇ ਇਸ ਨਾਲ ਕਿਸੇ ਨੂੰ ਨੁਕਸਾਨ ਹੋ ਜਾਂਦਾ, ਠੀਕ ਹੈ, ਤਾਂ ਉਸ ਨੂੰ ਕੀ ਹੈ, ਰੈਮਡੀ ਵੀ ਇੱਥੇ ਅਵੇਲੇਬਲ ਕਰਵਾਈ ਜਾਊਗੀ। ਇਹ ਸੀਗੀ ਫਸਟ ਡੈਫੀਨੇਸ਼ਨ। ਉਹ ਤੋਂ ਬਾਅਦ ਨੈਕਸਟ ਡੈਫੀਨੇਸ਼ਨ ਆ ਗਈ ਅਕੋਰਡਿੰਗ ਟੂ ਆਈਵਰ ਜੈਨਿੰਗ, ਠੀਕ ਹੈ। ਇਸ ਦੇ ਅਨੁਸਾਰ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਐਡਮਿਨਿਸਟ੍ਰੇਟਿਵ ਲਾ ਹੈ ਜਿਹੜਾ, ਠੀਕ ਹੈ, ਉਹ ਰਿਲੇਟ ਹੁੰਦਾ ਐਡਮਿਨਿਸਟ੍ਰੇਸ਼ਨ ਦੇ ਨਾਲ, ਠੀਕ ਹੈ। ਇਹਨਾਂ ਦੀ ਬਹੁਤ ਸਿੰਪਲ ਡੈਫੀਨੇਸ਼ਨ ਇਹਨੇ ਦਿੱਤੀ ਹੈ, ਠੀਕ ਹੈ। ਇਹ ਕਹਿੰਦਾ ਕਿ ਜਿਹੜਾ ਪ੍ਰਸ਼ਾਸਨਿਕ ਕਾਨੂੰਨ ਹੈ ਉਸ ਤੋਂ ਮਤਲਬ ਇਹ ਹੈ ਕਿ ਜੋ ਪ੍ਰਸ਼ਾਸਨ ਦੇ ਨਾਲ ਸੰਬੰਧ ਰੱਖਦਾ ਹੋਵੇ, ਠੀਕ ਹੈ। ਇਟ ਡਿਟਰਮਾਈਨ ਦਾ ਆਰਗੇਨਾਈਜੇਸ਼ਨ ਪਾਵਰ ਡਿਊਟੀ ਆਫ ਦਾ ਐਡਮਿਨਿਸਟ੍ਰੇਟਿਵ ਅਥਾਰਟੀ, ਕਿ ਜਿਹੜੀਆਂ ਅਥਾਰਟੀਆਂ ਨੇ ਉਹਨਾਂ ਦਾ ਸੰਗਠਨ, ਉਹਨਾਂ ਦੀਆਂ ਸ਼ਕਤੀਆਂ, ਉਹਨਾਂ ਦੇ ਕਰਤੱਵ ਕਿਸ ਪ੍ਰਕਾਰ ਦੇ ਹੋਣਗੇ ਉਸ ਦੇ ਨਾਲ ਰਿਲੇਟ ਕਰਦਾ ਕੌਣ, ਐਡਮਿਨਿਸਟ੍ਰੇਟਿਵ ਲਾ। ਹਾਂਜੀ, ਉਹ ਤੋਂ ਬਾਅਦ ਨੈਕਸਟ ਆ ਗਈ ਡੈਫੀਨੇਸ਼ਨ ਅਕੋਰਡਿੰਗ ਟੂ ਵੇਡ। ਇਸਨੇ ਆਪਣੀ ਡੈਫੀਨੇਸ਼ਨ ਦੇ ਵਿੱਚ ਕਿਹਾ ਹੈਗਾ ਐਡਮਿਨਿਸਟ੍ਰੇਟਿਵ ਲਾ ਇਜ਼ ਦਾ ਲਾ ਰਿਲੇਟਿੰਗ ਟੂ ਦਾ ਕੰਟਰੋਲ ਆਫ ਦਾ ਗੌਰਮੈਂਟ ਪਾਵਰ, ਠੀਕ ਹੈ। ਇਸ ਨੇ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਐਡਮਿਨਿਸਟ੍ਰੇਟਿਵ ਲਾ ਹੈ, ਠੀਕ ਹੈ, ਉਹ ਸਰਕਾਰ ਨੂੰ ਆਪਣੇ ਕੰਟਰੋਲ ਦੇ ਅੰਦਰ ਰੱਖਦਾ ਹੈਗਾ, ਠੀਕ ਹੈ। ਜਿਵੇਂ ਐਡਮਿਨਿਸਟ੍ਰੇਟਿਵ ਲਾ ਇਜ਼ ਦਾ ਲਾ, ਇਹ ਐਡਮਿਨਿਸਟ੍ਰੇਟਿਵ ਲਾ ਹੈ ਜਿਹੜਾ ਉਹ ਇੱਕ ਅਜਿਹਾ ਕਾਨੂੰਨ ਹੈ ਜੋ ਰਿਲੇਟ ਟੂ ਦਾ ਕੰਟਰੋਲ ਆਫ ਗਵਰਨਮੈਂਟ ਪਾਵਰ, ਕਿ ਜੋ ਰਿਲੇਟ ਹੈ ਕੰਟਰੋਲ ਆਫ ਦਾ ਗਵਰਨਮੈਂਟ ਆਫ ਪਾਵਰ, ਕਿ ਸਰਕਾਰ ਦੀਆਂ ਸ਼ਕਤੀਆਂ ਨੂੰ ਕੰਟਰੋਲ ਦੇ ਨਾਲ ਸੰਬੰਧ ਰੱਖਦਾ ਕੌਣ, ਐਡਮਿਨਿਸਟ੍ਰੇਟਿਵ ਲਾ। ਅਕੋਰਡਿੰਗ ਟੂ ਹਿਮ ਇਜ਼ with the primary object of the administrative law is the limit the power of the government to protect citizens against their abuse। ਇਹਨਾਂ ਨੇ ਇਹ ਗੱਲ ਕਹੀ ਗਈ ਹੈ ਕਿ ਇਹ ਸਰਕਾਰ ਦੀਆਂ ਸ਼ਕਤੀਆਂ ਨੂੰ ਲਿਮਟ ਵੱਲ ਲੈ ਕੇ ਜਾਂਦਾ ਹੈ। ਐਡਮਿਨਿਸਟ੍ਰੇਟਿਵ ਲਾ ਵੀ ਆਪਣੇ ਜਿਹੜੇ ਸਿਟੀਜ਼ਨ ਨੇ ਕਿ ਉਹਨਾਂ ਦੀ ਰੱਖਿਆ ਹੋ ਸਕੇ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਲਾਸਟ ਡੈਫੀਨੇਸ਼ਨ ਆ ਗਈ। ਇਸ ਦੇ ਵਿੱਚ ਲਾਸਟ ਡੈਫੀਨੇਸ਼ਨ ਦੇ ਵਿੱਚ ਰਾਈਟਰ ਹੈ ਕੇਸੀ ਡੈਫਿਸ। ਇਸਨੇ ਆਖਿਆ ਕਿ ਐਡਮਿਨਿਸਟ੍ਰੇਟਿਵ ਲਾ ਇਜ਼ ਦਾ ਲਾ ਕਨਸਰਨਿੰਗ ਦਾ ਪਾਵਰ ਐਂਡ ਪ੍ਰੋਸੀਜਰ ਆਫ ਦਾ ਐਡਮਿਨਿਸਟ੍ਰੇਟਿਵ ਏਜੰਸੀ, ਠੀਕ ਹੈ। ਇਸਨੇ ਕਿਹਾ ਕਿ ਜਿਹੜਾ ਐਡਮਿਨਿਸਟ੍ਰੇਟਿਵ ਲਾ ਹੈ ਉਹ ਲਾ ਹੈ ਜਿਹੜਾ ਐਡਮਿਨਿਸਟ੍ਰੇਟਿਵ ਏਜੰਸੀ ਦੀਆਂ ਸ਼ਕਤੀਆਂ ਅਤੇ ਉਹਨਾਂ ਦੇ ਪ੍ਰੋਸੀਜਰ ਬਾਰੇ ਕਨਸਰਨ, ਠੀਕ ਹੈ। ਇਸ ਦੇ ਵਿੱਚ ਇਨਕਲੂਡਿੰਗ ਐਕਸਪੈਸ਼ਲੀ ਦਾ ਲਾ ਗਵਰਨਿੰਗ, ਇਸ ਦੇ ਵਿੱਚ ਵਿਸ਼ੇਸ਼ ਤੌਰ 'ਤੇ ਇਹ ਵੀ ਸ਼ਾਮਲ ਹੈ ਜੁਡੀਸ਼ੀਅਲ ਰਿਵਿਊ ਆਫ ਦਾ ਐਡਮਿਨਿਸਟ੍ਰੇਟਿਵ ਐਕਸ਼ਨ, ਕਿ ਜਿਹੜਾ ਐਡਮਿਨਿਸਟ੍ਰੇਟਿਵ ਐਕਸ਼ਨ ਹੈ, ਠੀਕ ਹੈ, ਉਸ ਦਾ ਵੀ ਜੁਡੀਸ਼ੀਅਲ ਰਿਵਿਊ ਹੈ ਜਿਹੜਾ ਇਸ ਦੇ ਵਿੱਚ ਸ਼ਾਮਲ ਹੈ। ਹਾਂਜੀ, ਹੁਣ ਤੱਕ ਆਪਾਂ ਨੇ ਪਿੱਛੇ ਐਡਮਿਨਿਸਟ੍ਰੇਟਿਵ ਲਾ ਦਾ ਮੀਨਿੰਗ ਪੜ੍ਹ ਲਿਆ, ਆਪਾਂ ਨੇ ਜਿਹੜੇ ਮਹੱਤਵਪੂਰਨ ਪੁਆਇੰਟ ਸੀ ਉਹ ਪੜ੍ਹ ਲਏ। ਉਹ ਤੋਂ ਬਾਅਦ ਆਪਾਂ ਨੇ ਡੈਫੀਨੇਸ਼ਨਾਂ ਪੜ੍ਹ ਲਈਆਂ। ਹੁਣ ਆਪਾਂ ਅੱਗੇ ਪੜ੍ਹਦੇ ਹਾਂ ਐਡਮਿਨਿਸਟ੍ਰੇਟਿਵ ਲਾ ਡੀਲਸ ਵਿਦ ਦਾ ਫਲੋਇੰਗ ਪ੍ਰੋਬਲਮ, ਕਿ ਜਿਹੜਾ ਐਡਮਿਨਿਸਟ੍ਰੇਟਿਵ ਲਾ ਹੈ ਉਹ ਇਹਨਾਂ ਚੀਜ਼ਾਂ ਦੇ ਨਾਲ ਸਾਹਮਣਾ ਕਰਦਾ ਹੈ, ਠੀਕ ਹੈ। ਸਭ ਤੋਂ ਪਹਿਲਾਂ ਹੈਗਾ ਹੂ ਆਰ ਦਾ ਐਡਮਿਨਿਸਟ੍ਰੇਟਿਵ ਅਥਾਰਟੀ, ਕਿ ਜਿਹੜੀਆਂ ਐਡਮਿਨਿਸਟ੍ਰੇਟਿਵ ਅਥਾਰਟੀਆਂ ਨੇ ਉਹ ਕਿਹਨਾਂ ਨੂੰ ਆਖਿਆ ਗਿਆ, ਠੀਕ ਹੈ, ਇਹਦੇ ਨਾਲ। ਨੰਬਰ 2 'ਤੇ ਆ ਗਿਆ ਵਾਟ ਇਜ਼ ਦਾ ਨੇਚਰ ਐਂਡ ਪਾਵਰ ਐਕਸਰਸਾਈਜ਼ਡ ਬਾਏ ਦਾ ਐਡਮਿਨਿਸਟ੍ਰੇਟਿਵ ਅਥਾਰਟੀ, ਜਿਹੜੀਆਂ ਅਥਾਰਟੀਜ਼ ਨੇ, ਠੀਕ ਹੈ, ਉਹਨਾਂ ਦਾ ਕਿਸ ਪ੍ਰਕਾਰ ਦਾ ਨੇਚਰ ਹੋਊਗਾ ਅਤੇ ਉਹਨਾਂ ਦੀਆਂ ਸ਼ਕਤੀਆਂ ਕਿਸ ਪ੍ਰਕਾਰ ਦੀਆਂ ਹੋਣਗੀਆਂ ਅਤੇ ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਿਸ ਪ੍ਰਕਾਰ ਕਰਨਗੇ। ਅਗਲਾ ਪੁਆਇੰਟ ਆ ਗਿਆ ਕਿ ਜਿਹੜੀਆਂ ਇਹ ਅਥਾਰਟੀ ਨੇ, ਇਹਨਾਂ ਦੀਆਂ ਜਿਹੜੀਆਂ ਸ਼ਕਤੀਆਂ ਇਹਨਾਂ ਨੂੰ ਦਿੱਤੀਆਂ ਗਈਆਂ ਨੇ ਅਤੇ ਉਹਨਾਂ ਦੀ ਲਿਮੀਟੇਸ਼ਨ ਇਫ ਐਨੀ ਇੰਪੋਜ਼ਡ ਔਨ ਦਿਸ ਪਾਵਰ, ਮਤਲਬ ਜੋ ਵੀ ਇਹਨਾਂ ਸ਼ਕਤੀਆਂ ਦੀ ਵਰਤੋਂ ਕਰ ਰਿਹਾ, ਠੀਕ ਹੈ, ਉਹਨਾਂ ਦੀਆਂ ਲਿਮਟ ਕਿੱਥੋਂ ਤੱਕ ਹੋਵੇਗੀ, ਉਹਨਾਂ ਸ਼ਕਤੀਆਂ ਦੀ ਲਿਮਟ। ਹਾਊ ਦਾ ਡੈਟਰਮਾਈਨ ਇਜ਼ ਕੈਪਟ ਰੈਸਟ੍ਰਿਕਟਡ ਟੂ ਦਾ ਲੈਮਿਨੋਸ।
ਹਾਂਜੀ, ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜਾ ਐਡਮਿਨਿਸਟ੍ਰੇਸ਼ਨ ਲਾ ਹੈ ਉਹਨਾਂ ਨੂੰ ਲਿਮਟ ਦੇ ਵਿੱਚ ਕਿਵੇਂ ਰੱਖਿਆ ਜਾ ਸਕਦਾ ਹੈ, ਉਹਨਾਂ ਨੂੰ ਰੈਸਟ੍ਰਿਕਟਡ ਕਿਵੇਂ ਕੀਤਾ ਜਾ ਸਕਦਾ ਹੈ। ਉਹ ਤੋਂ ਅਗਲਾ ਪੁਆਇੰਟ ਆ ਗਿਆ ਈ, ਵਾਟ ਇਜ਼ ਦਾ ਪ੍ਰੋਸੀਜਰ ਫੋਲੋਵਡ ਬਾਏ ਦਾ ਐਡਮਿਨਿਸਟ੍ਰੇਟਿਵ ਅਥਾਰਟੀਜ਼, ਕਿ ਜਿਹੜੀਆਂ ਇਹ ਅਥਾਰਟੀਆਂ ਨੇ ਉਹਨਾਂ ਦੁਆਰਾ ਕਿਸ ਪ੍ਰਕਾਰ ਦਾ ਪ੍ਰੋਸੀਜਰ ਹੈ ਜਿਹੜਾ ਫੋਲੋ ਕੀਤਾ ਜਾਊਗਾ। ਅਗਲਾ ਪੁਆਇੰਟ ਆ ਗਿਆ ਵਾਟ ਰੈਮਡੀ ਆਰ ਅਵੇਲੇਬਲ ਟੂ ਪਰਸਨ ਐਡਵਰਸਲੀ ਅਫੈਕਟਡ ਬਾਏ ਦਾ ਐਡਮਿਨਿਸਟ੍ਰੇਟਿਵ, ਕਿ ਐਡਮਿਨਿਸਟ੍ਰੇਸ਼ਨ ਹੈ ਜਿਹੜਾ ਇਹਨਾਂ ਦੁਆਰਾ ਜਿਸ ਕਿਸੇ ਨੂੰ ਵੀ ਨੁਕਸਾਨ ਹੋਇਆ ਉਹਨਾਂ ਦੇ ਵਾਸਤੇ ਕਿਸ ਪ੍ਰਕਾਰ ਦੀਆਂ ਜਿਹੜੀਆਂ ਰੈਮਡੀਜ਼ ਹੋਣਗੀਆਂ ਉਹ ਅਵੇਲੇਬਲ ਹੋਣਗੀਆਂ। ਠੀਕ ਹੈ ਜੀ, ਇਸੇ ਨਾਲ ਆਪਣਾ ਜਿਹੜਾ ਇਹ ਹੈਗਾ ਚੈਪਟਰ ਕੰਪਲੀਟ ਹੁੰਦਾ ਹੈ। ਹੁਣ ਅਗਲੀ ਵੀਡੀਓ ਵਿੱਚ ਮਿਲਾਂਗੇ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰੋ। ਜੇਕਰ ਤੁਸੀਂ ਨੇ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਐਂਡ ਥੈਂਕ ਯੂ ਅਗੇਨ ਵਾਚਿੰਗ ਦਿਸ ਵੀਡੀਓ।